ਦੂਸਰੇ ਗਰੁੱਪ ਦੇ ਇੱਕ ਸਰੋਤੇ ਨੇ ਸਵਾਲ ਕੀਤਾ ਹੈ, ਸਭ ਤੋਂ ਵੱਡੇ 3 ਪਾਪ ਕਿਹੜੇ ਹਨ? ਮੈਨੂੰ ਇਉਂ ਲੱਗਦਾ ਹੈ ਕਿ ਜਿਹੜੀ ਆਪਣੀ ਵਿਚਾਰ ਚੱਲ ਰਹੀ ਹੈ ਨਾ, ਇਹਨੂੰ ਬਹੁਤ ਘੱਟ ਸਰੋਤੇ ਸਮਝ ਰਹੇ ਹਨ। ਇਹਨੂੰ ਉਹ ਹੀ ਸਮਝ ਸਕਦਾ ਹੈ ਜਿਹਨੂੰ ਪਿਆਸ ਹੈ, ਜਿਹਨੂੰ ਪਿਆਸ ਹੈ, ਤੜਪ ਹੈ, ਪਰਮਾਤਮਾ ਵੱਲ ਨੂੰ ਜਾਂਦਾ ਹੈ, ਚੱਲਦਾ ਹੈ, ਖੋਜਦਾ ਹੈ। ਤੇ ਖੋਜਦਾ ਕਿੱਧਰ ਨੂੰ ਹੈ? ਅੰਦਰ ਨੂੰ। ਕਿਉਂਕਿ ਅੰਦਰ ਬੈਠ ਕੇ ਹੀ ਪਰਮਾਤਮਾ ਚਲਾ ਰਿਹਾ ਹੈ ਨਾ ਤੁਹਾਨੂੰ। ਤੇ ਜਿਹੜਾ ਅੰਦਰ ਦੀ ਯਾਤਰਾ ਕਰ ਰਿਹਾ ਹੈ ਨਾ, ਉਹਨੂੰ ਹੀ ਸਮਝ ਵਿੱਚ ਆ ਰਹੀ ਹੋਵੇਗੀ। ਜਿਹੜੇ ਬਾਹਰ ਮੁਖੀ ਹਨ ਸਰੋਤੇ, ਉਹਨਾਂ ਨੂੰ ਬਹੁਤ ਘੱਟ ਸਮਝ ਵਿੱਚ ਆਉਂਦੀ ਹੈ। ਵੈਸੇ ਤਾਂ ਉਹਨਾਂ ਨੂੰ ਚਾਹੀਦਾ ਹੈ ਵੀ ਜਿਹੜੇ ਬਾਹਰ ਮੁਖੀ ਪ੍ਰਚਾਰਕ ਹਨ ਉਹਨਾਂ ਨੂੰ ਹੀ ਉਹ ਸੁਣਨ। ਗੁਰੂ ਨਾਨਕ ਸਾਹਿਬ ਜੀ ਨੇ ਵੀ ਜੋ ਉਪਦੇਸ਼ ਦਿੱਤਾ ਹੈ ਨਾ, ਜਿਹਦੀ ਆਪਾਂ ਵਿਚਾਰ ਕਰ ਹੀ ਰਹੇ ਹਾਂ, ਜਪਜੀ ਸਾਹਿਬ ਜੀ ਦੇ ਸ਼ੁਰੂਆਤ ਦੇ ਵਿੱਚ ਸਾਰਾ ਹੀ ਅੰਦਰ ਦੀ ਯਾਤਰਾ ਦਾ ਉਪਦੇਸ਼ ਹੈ ਤੇ ਸਾਰਾ ਹੀ ਮਨ ਨੂੰ ਹੈ। ਤੇ ਜਿਹੜੇ ਉਸ ਟਾਈਮ ਧਾਰਮਿਕ ਲੋਕ ਸਨ ਨਾ, ਉਹਨਾਂ ਨੂੰ ਹੀ ਉਹ ਸਮਝਾ ਰਹੇ ਹਨ। ਕੁਛ ਧਾਰਮਿਕ ਲੋਕ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਰਹੇ ਸਨ, ਵਿਚਾਰ ਰਹੇ ਸਨ, ਸੋਚ ਰਹੇ ਸਨ ਪਰਮਾਤਮਾ ਬਾਰੇ। ਤੇ ਉਹਨਾਂ ਨੂੰ ਕਹਿ ਰਹੇ ਹਨ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਵੀ ਇਹ ਗ੍ਰੰਥਾਂ ਨੂੰ ਵਿਚਾਰਨ ਦੇ ਨਾਲ, ਪੜ੍ਹਨ ਦੇ ਨਾਲ, ਸੋਚਣ ਦੇ ਨਾਲ ਪਰਮਾਤਮਾ ਥੋੜ੍ਹੀ ਮਿਲ ਜਾਣਾ ਹੈ। ਉਹ ਭਾਵੇਂ ਹਿੰਦੂ ਸਨ, ਭਾਵੇਂ ਮੁਸਲਮਾਨ ਸਨ। ਗੁਰੂ ਨਾਨਕ ਸਾਹਿਬ ਜੀ ਥੋੜ੍ਹੀ ਵਿਤਕਰਾ ਕਰ ਰਹੇ ਹਨ। ਉਸ ਟਾਈਮ ਸਿੱਖ ਤੇ ਸਨ ਨਹੀਂ, ਤੇ ਜਿਹੜਾ ਵੀ ਉਹਨਾਂ ਕੋਲ ਆਉਂਦਾ ਸੀ ਉਹਨੂੰ ਹੀ ਉਹ ਸਮਝਾਉਂਦੇ ਸਨ। ਤੇ ਕੁਛ ਐਸੇ ਸਨ ਜਿਨ੍ਹਾਂ ਨੇ ਮੌਨ ਧਾਰਿਆ ਹੋਇਆ ਸੀ, ਗੁਫਾ ਦੇ ਵਿੱਚ ਬੈਠੇ ਹੋਏ ਸਨ, ਚੁੱਪ ਕਰਕੇ ਕਹਿੰਦੇ ਅਸੀਂ ਬੋਲਦੇ ਨਹੀਂ। ਉਹਨਾਂ ਨੂੰ ਕਹਿੰਦੇ ਸਨ ਵੀ ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਾਹ ਲਿਵਤਾਰ। ਤੁਸੀਂ ਤੇ ਸਮਾਧੀਆਂ ਲਾ ਕੇ ਗੁਫਾ ਦੇ ਅੰਦਰ ਬੈਠੇ ਹੋਏ ਹੋ ਜ਼ਬਰਦਸਤੀ। ਮਨ ਤੇ ਨਹੀਂ ਚਾਹੁੰਦਾ ਹੈ ਬੈਠਣਾ, ਮਨ ਤੇ ਚਾਹੁੰਦਾ ਹੈ ਸੰਸਾਰ 'ਚ ਵਿਚਰੀਏ, ਕੁਛ ਕਰੀਏ, ਕੁਛ ਪਾਈਏ। ਚਾਹਤ ਸੰਸਾਰ ਦੀ ਹੈ, ਵਾਸ਼ਨਾ ਸੰਸਾਰ ਦੀ, ਤੇ ਜ਼ਬਰਦਸਤੀ ਤੁਸੀਂ ਬੈਠੇ ਹੋਏ ਹੋ। ਤੇ ਇੱਦਾਂ ਬੈਠਣ ਦੇ ਨਾਲ ਥੋੜ੍ਹੀ ਪਰਮਾਤਮਾ ਮਿਲ ਜਾਂਦਾ। ਚੁੱਪ ਕਰਕੇ ਅਗਰ ਸੰਸਾਰ ਦੀ ਵਾਸ਼ਨਾ ਹੈ ਤੇ ਫਿਰ ਪਰਮਾਤਮਾ ਥੋੜ੍ਹੀ ਮਿਲੇਗਾ। ਅਗਰ ਸੁੱਖ ਦੀ ਵੀ ਵਾਸ਼ਨਾ ਹੈ, ਸਵਰਗ ਦੀ ਵਾਸ਼ਨਾ ਹੈ, ਤਾਂ ਵੀ ਵਾਸ਼ਨਾ ਹੈ ਨਾ, ਵਾਸ਼ਨਾ ਕਰਕੇ ਬੈਠੇ ਹੋ। ਤੇ ਚੁੱਪ ਕੀਤਿਆਂ ਪਰਮਾਤਮਾ ਥੋੜ੍ਹੀ ਮਿਲੇਗਾ। ਕਈ ਫਿਰ ਭੁੱਖੇ ਰਹਿਣ ਵਾਲੇ ਸਨ। ਕਈ ਕਹਿੰਦੇ ਸਨ ਵੀ ਸਾਰੇ ਸੰਸਾਰ ਦੇ ਪਦਾਰਥ ਬੰਨ੍ਹ ਲਈਏ, ਭੋਗ ਲਈਏ ਸਾਰੇ ਸੰਸਾਰ ਨੂੰ ਤੇ ਤ੍ਰਿਪਤੀ ਹੋ ਜੂ।
ਤਾਂ ਉਹਨਾਂ ਨੂੰ ਕਹਿੰਦੇ ਸੀ ਨਾ ਭੋਗ ਭੋਗ ਕੇ ਤੁਹਾਡੀ ਤ੍ਰਿਪਤੀ ਹੋਣੀ ਆ। ਅਤੇ ਜਿਹੜੇ ਭੁੱਖੇ ਰਹਿ ਰਹੇ ਸਨ ਉਹਨਾਂ ਨੂੰ ਕਹਿੰਦੇ ਸੀ ਭੁੱਖੇ ਰਹਿ ਕੇ ਵੀ ਤੁਸੀਂ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦੇ, ਦੁਖੀ ਹੋ ਰਹੇ। ਕੁਛ ਬਹੁਤ ਸਮਝਦਾਰ ਸਨ, ਸਿਆਣੀਆਂ ਗੱਲਾਂ ਕਰਨ ਵਾਲੇ ਵੀ ਹੁੰਦੇ ਹਨ, ਕੁਛ ਪੰਡਤ ਬ੍ਰਾਹਮਣ ਹੋਣਗੇ, ਮੁੱਲਾ ਕਾਜੀ, ਤਾਂ ਉਹਨਾਂ ਨੂੰ ਕਹਿ ਰਹੇ ਸਨ ਵੀ ਸਿਆਣਪ ਦੁਆਰਾ ਪਰਮਾਤਮਾ ਨਹੀਂ ਮਿਲਦਾ ਹੈ। ਸਿਆਣਪ ਦੁਆਰਾ ਤੁਸੀਂ ਪਰਮਾਤਮਾ ਵੱਲ ਚੱਲ ਹੀ ਨਹੀਂ ਸਕਦੇ, ਕਿਉਂਕਿ ਸਿਆਣਪ ਸੰਸਾਰ ਦੇ ਵਿੱਚ ਕੰਮ ਆਉਂਦੀ, ਪਰਮਾਤਮਾ ਵੱਲ ਨਹੀਂ। ਪਰਮਾਤਮਾ ਨੂੰ ਤੁਸੀਂ ਸਿਆਣੇ ਹੋ ਕੇ ਥੋੜ੍ਹੀ ਸਮਝੋਗੇ, ਪਰਮਾਤਮਾ ਕੋਈ ਬੱਚਾ ਥੋੜ੍ਹੀ ਹੈ, ਅਤੇ ਸਿਆਣਪ ਕੰਮ ਨਹੀਂ ਆਵੇਗੀ। ਇਹਨਾਂ ਨੂੰ ਸਮਝਾ ਰਹੇ ਸਨ ਜਿਹੜੀ ਵਾਸਤਵਿਕ ਧਰਮ ਦੀ ਗੱਲ ਹੈ। ਫਿਰ ਅੱਗੇ ਉਹਨਾਂ ਨੂੰ ਕਹਿ ਰਹੇ ਹਨ ਕਿ ਵ ਸਚਿਆੜਾ ਹੋਈਏ ਕਿ ਵ ਕੂੜੈ ਟੁੱਟੇ ਪਾਲ। ਕਿਸੇ ਨੇ ਪੁੱਛਿਆ ਹੋਵੇਗਾ ਵੀ ਕਿਵੇਂ ਹੁਣ ਸਚਿਆਰ ਹੋਈਏ, ਕਿਵੇਂ ਕੂੜ ਦੀ ਪਾਲ ਟੁੱਟੇ। ਝੂਠ ਦੀ ਪਾਲ, ਝੂਠੀ ਕੰਧ। ਝੂਠੀ ਕੰਧ ਕੀ ਹੈ? ਧਿਆਨ ਸੰਸਾਰ ਵੱਲ, ਝੂਠ ਵੱਲ ਲੱਗ ਗਿਆ। ਝੂਠ ਵੱਲੋਂ ਧਿਆਨ ਕਿਵੇਂ ਹਟ? ਹੁਣ ਪਾਪ ਅਤੇ ਪੁੰਨ ਪੈਦਾ ਕਿੱਥੋਂ ਹੋ ਰਹੇ ਹਨ? ਪਹਿਲਾਂ ਇਹ ਸੋਚੋ ਤੁਸੀਂ, ਸੰਸਾਰ ਦੀ ਵਾਸ਼ਨਾ ਤੋਂ ਪਾਪ ਪੁੰਨ ਪੈਦਾ ਹੁੰਦੇ ਹਨ, ਕਾਮਨਾ ਤੋਂ ਪੈਦਾ ਹੁੰਦੇ ਹਨ, ਇੱਛਾ ਤੋਂ ਪੈਦਾ ਹੁੰਦੇ ਹਨ, ਅਤੇ ਚਾਹਤ ਤੋਂ ਜਿਹੜੇ ਪਾਪ ਪੈਦਾ ਹੋ ਰਹੇ ਹਨ, ਉਹ ਪਾਪਾਂ ਤੋਂ ਛੁਟਕਾਰਾ ਪਾਉਣ ਵਾਸਤੇ ਪੁੰਨ ਕੀਤੇ ਜਾ ਰਹੇ ਹਨ। ਤੋ ਸੰਸਾਰ ਦਾ ਹਿੱਸਾ ਹੋਇਆ ਨਾ, ਤੇ ਛੁਟਕਾਰਾ ਨਹੀਂ ਹੋ ਸਕਦਾ। ਇਸੇ ਕਰਕੇ ਤੇ ਧਰਮ ਪਾਖੰਡ ਹੋ ਜਾਂਦਾ ਹੈ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਆਸਾ ਤੇ ਮਨਸਾ ਦੁਆਰਾ ਜੋ ਵੀ ਧਾਰਮਿਕ ਕਰਮ ਕੀਤੇ ਜਾਂਦੇ ਹਨ, ਸਭ ਬੰਧਨ ਵਾਲੇ ਹਨ। ਜੋ ਜੋ ਕਰਮ ਕੀਏ ਲਾਲਚ ਲਗ, ਤਹ ਤਹ ਆਪ ਬੰਧਾਏ। ਧਾਰਮਿਕ ਲੋਕ ਤੁਸੀਂ ਦੇਖ ਰਹੇ ਹੋ ਜਿਹੜੇ ਬਾਹਰ ਨਾ ਧਾਰਮਿਕ ਕਰਮ ਕਰ ਰਹੇ ਹਨ, ਉਹ ਛੁਟਕਾਰੇ ਵਾਸਤੇ ਨਹੀਂ ਕਰ ਰਹੇ ਹਨ, ਨਾ ਉਹ ਛੁੱਟ ਸਕਦੇ ਹਨ। ਉਹ ਤੇ ਹੋਰ ਸੰਸਾਰ ਦੇ ਬੰਧਨਾਂ ਦੇ ਵਿੱਚ ਬੰਧ ਰਹੇ ਹਨ। ਫਿਰ ਹਰ ਧਰਮ ਦੇ ਵਿੱਚ ਪਾਪ ਅਲੱਗਾ ਅਲੱਗਾ ਹਨ, ਪਾਪਾਂ ਦੀ ਪਰਿਭਾਸ਼ਾ ਅਲੱਗਾ ਅਲੱਗਾ ਹੈ। ਕਿਸੇ ਧਰਮ ਦੇ ਵਿੱਚ ਕੋਈ ਪਾਪ ਨੂੰ ਜ਼ਿਆਦਾ ਬੁਰਾ ਮੰਨਦੇ ਹਨ, ਕਿਸੇ ਧਰਮ ਦੇ ਵਿੱਚ ਕਿਸੇ ਪਾਪ ਨੂੰ ਜ਼ਿਆਦਾ ਬੁਰਾ ਮੰਨਦੇ ਹਨ। ਇਸਲਾਮ ਧਰਮ ਦੇ ਵਿੱਚ ਝਟਕਾ ਕਰਨਾ ਪਾਪ ਹੈ, ਹਲਾਲ ਕਰਨਾ ਪੁੰਨ ਹੈ। ਅਤੇ ਸਿੱਖ ਹਿੰਦੂਆਂ ਦੇ ਵਿੱਚ ਝਟਕਾ ਕਰਨਾ ਪੁੰਨ ਹੈ, ਹਲਾਲ ਕਰਨਾ ਪਾਪ ਹੈ। ਕਿਸੇ ਧਰਮ ਦੇ ਵਿੱਚ ਕੁਛ ਪੁੰਨ ਹੈ, ਕਿਸੇ ਧਰਮ ਦੇ ਵਿੱਚ ਕੁਛ ਪਾਪ ਹੈ। ਅਤੇ ਜੋ ਬਾਹਰੀ ਧਰਮ ਹੈ ਨਾ, ਇਹਨਾਂ ਨੇ ਮਰਿਆਦਾਵਾਂ ਲਿਖੀਆਂ ਹੋਈਆਂ ਹਨ, ਇਹਨਾਂ ਨੇ ਨਿਯਮ ਬਣਾਏ ਹੋਏ ਅਤੇ ਪਾਪ ਪੁੰਨ ਦੀ ਪਰਿਭਾਸ਼ਾ ਕੀਤੀ ਹੋਈ। ਆਹ ਪਾਪ ਹੈ, ਇਹ ਨਹੀਂ ਕੰਮ ਕਰਨੇ, ਇਹ ਪੁੰਨ ਹਨ, ਇਹ ਕੰਮ ਕਰਨੇ। ਅਤੇ ਪਾਪਾਂ ਤੋਂ ਛੁਟਕਾਰੇ ਵਾਸਤੇ ਪੁੰਨ ਕਰਦੇ ਹਨ ਲੋਕ। ਪਾਪ ਵੀ ਸੰਸਾਰ ਦੀ ਵਾਸ਼ਨਾ ਤੋਂ ਪੈਦਾ ਹੋ ਰਹੇ ਹਨ, ਅਤੇ ਪੁੰਨ ਵੀ ਸੰਸਾਰ ਦੀ ਵਾਸ਼ਨਾ ਤੋਂ, ਸੁੱਖ ਦੀ ਵਾਸ਼ਨਾ ਤੋਂ, ਮੋਕਸ਼ ਦੀ ਵਾਸ਼ਨਾ ਤੋਂ ਕਹਿ ਲਓ, ਸਵਰਗ ਦੀ ਵਾਸ਼ਨਾ ਤੋਂ ਪੈਦਾ ਹੋ ਰਿਹਾ। ਅਤੇ ਜਿਹੜੀ ਚੀਜ਼ ਵਾਸ਼ਨਾ ਤੋਂ ਪੈਦਾ ਹੋ ਰਹੀ ਹੈ, ਉਹ ਕਰਮ ਬੰਧਨ ਵਾਲੇ ਹਨ, ਉਹਦੇ ਤੋਂ ਮੁਕਤ ਨਹੀਂ ਹੋ ਸਕਦੇ ਤੁਸੀਂ।
ਤੁਸੀਂ ਤੇ ਬਾਹਰੀ ਕਰਮਾਂ ਦੇ ਵਿੱਚ ਉਲਝੇ ਹੋਏ ਹੋ। ਤੁਸੀਂ ਤੇ ਇਹ ਕਹਿ ਰਹੇ ਹੋ ਵੀ ਬਾਹਰ ਸਰੀਰ ਦੁਆਰਾ ਕਿਹੜਾ ਕਿਹੜਾ ਕਰਮ ਕਰੀਏ ਤੇ ਪੁੰਨ ਹੋਊਗਾ, ਕਿਹੜਾ ਕਿਹੜਾ ਕਰਮ ਕਰੀਏ ਤੇ ਪਾਪ ਹੋਊਗਾ। ਪਰ ਇੱਥੇ ਹੋਰ ਗਹਿਰੀ ਗੱਲ ਕੀਤੀ ਜਾ ਰਹੀ ਹੈ। ਇੱਥੇ ਇਹ ਕਿਹਾ ਜਾ ਰਿਹਾ ਵੀ ਸਰੀਰ ਦੁਆਰਾ ਕੋਈ ਕਰਮ ਕਰਨ ਦੇ ਨਾਲ ਪਾਪ ਪੁੰਨ ਨਹੀਂ ਹੁੰਦਾ ਹੈ। ਸਰੀਰ ਦੁਆਰਾ ਤੇ ਪਸ਼ੂ ਪੰਛੀ ਵੀ ਕਰ ਰਹੇ ਹਨ, ਕਿੰਨਾ ਪਾਪ ਕਰਦੇ ਹਨ। ਸ਼ੇਰ ਤੇ ਸਾਰਿਆਂ ਨੂੰ ਵੱਧ ਪਾਪ ਕਰ ਰਿਹਾ ਹੈ, ਰੋਜ਼ ਹੀ ਜਾਨਵਰ ਮਾਰਦਾ, ਉਹ ਤੇ ਬਹੁਤ ਵੱਡਾ ਪਾਪੀ ਹੋਵੇਗਾ। ਸਰੀਰ ਦੁਆਰਾ ਕੀਤਾ ਗਿਆ ਪਾਪ ਪਾਪ ਨਹੀਂ ਹੈ। ਛੋਟਾ ਬੱਚਾ ਵੀ ਅਗਰ ਪਾਪ ਕਰ ਦੇਵੇ, ਉਹ ਸੋਚਿਆ ਨਾ ਹੋਵੇ ਉਹਨੇ, ਤੁਹਾਨੂੰ ਪਾਪ ਨਹੀਂ ਲੱਗਦਾ। ਤੇ ਇੱਕ ਤਲ ਤੇ ਹੈ ਮਨ ਤੋਂ ਥੱਲੇ, ਬੁੱਧੀ ਤੋਂ ਥੱਲੇ ਪਸ਼ੂ ਪੰਛੀ ਹਨ, ਕੀੜੇ ਮਕੌੜੇ ਹਨ, ਦਰਖਤ ਹਨ, ਜੇ ਛੋਟੇ ਬੱਚੇ ਹਨ ਜਿਨ੍ਹਾਂ 'ਚ ਮਨ ਵਿਕਸਿਤ ਨਹੀਂ ਹੋਇਆ, ਉਹਨਾਂ ਨੂੰ ਕੋਈ ਪਾਪ ਨਹੀਂ ਲੱਗਦਾ। ਜਾਂ ਪਾਗਲ ਹਨ, ਉਹਨਾਂ ਨੂੰ ਸਜ਼ਾ ਵੀ ਨਹੀਂ ਦਿੰਦੀ ਸਰਕਾਰ। ਕੁਛ ਮਨ ਤੋਂ ਪਾਰ ਚਲੇ ਜਾਂਦੇ ਹਨ, ਉਹ ਵੀ ਪਾਪ ਪੁੰਨ ਤੋਂ ਪਰੇ ਹੋ ਜਾਂਦੇ ਹਨ, ਕਿਉਂਕਿ ਉਹ ਸੋਚ ਕੇ ਨਹੀਂ ਕੁਛ ਕਰ ਰਹੇ ਹਨ। ਕਰਦੇ ਉਹ ਵੀ ਬਹੁਤ ਕੁਛ ਰਹੇ ਹਨ। ਕ੍ਰਿਸ਼ਨ ਕਹਿ ਰਹੇ ਹਨ ਅਰਜਨ ਨੂੰ, ਚੱਲ ਯੁੱਧ ਕਰ। ਹੁਣ ਯੁੱਧ ਕਰਨ ਦੇ ਨਾਲ ਪਾਪ ਹੋਊ ਕਿ ਪੁੰਨ ਹੋਊਗਾ? ਕਿੰਨੇ ਲੋਕ ਮਰਨਗੇ, ਕਿੰਨੇ ਫੱਟਰ ਹੋਣਗੇ। ਫਿਰ ਉਸ ਟਾਈਮ ਪਸ਼ੂ ਵੀ ਬਹੁਤ ਹੁੰਦੇ ਸਨ ਯੁੱਧ ਦੇ ਮੈਦਾਨ ਦੇ ਵਿੱਚ, ਪਸ਼ੂ ਵੀ ਬਹੁਤ ਮਰਦੇ ਸਨ, ਬਹੁਤ ਫੱਟਰ ਹੁੰਦੇ ਹੋਣਗੇ, ਕਈ ਤੜਫਦੇ ਰਹਿੰਦੇ ਹੋਣਗੇ ਕਿੰਨਾ ਕਿੰਨਾ ਚਿਰ। ਤੇ ਗੁਰੂ ਗੋਬਿੰਦ ਸਿੰਘ ਜੀ ਵੀ ਯੁੱਧ ਕਰ ਰਹੇ ਹਨ, ਯੁੱਧ ਕਰਾ ਰਹੇ ਹਨ। ਨਹੀਂ, ਪਾਪ ਪੁੰਨ ਦੀ ਪਰਿਭਾਸ਼ਾ ਜਿਹੜੀ ਹੈ ਨਾ, ਕੀਤੀ ਨਹੀਂ ਜਾ ਸਕਦੀ ਬਾਹਰੋਂ। ਪਾਪੀ ਪੁੰਨੀ ਆਖਣ ਨਾਹੀਂ। ਜਿਹੜੇ ਮਨ ਦੇ ਤਲ ਤੇ ਜੀ ਰਿਹਾ ਹੈ ਨਾ, ਸੋਚ ਸੋਚ ਕੇ ਜੀਂਦਾ ਹੈ, ਉਹ ਹੀ ਪਾਪ ਕਰਦਾ ਹੈ, ਉਹ ਹੀ ਪੁੰਨ ਕਰਦਾ। ਪਹਿਲਾਂ ਸੋਚ ਸੋਚ ਕੇ ਪਾਪ ਕਰਦਾ ਹੈ, ਕਿਸੇ ਦੀ ਹੱਤਿਆ ਕਰਤੀ, ਕਿਸੇ ਨੂੰ ਧੋਖਾ ਦੇ ਦਿੱਤਾ, ਕਿਸੇ ਕੋਲ ਰਿਸ਼ਵਤ ਲੈ ਲਈ, ਝੂਠ ਬੋਲਤਾ, ਕਿਉਂਕਿ ਸਭ ਕੁਝ ਸਵਾਰਥ ਵਾਸਤੇ ਕਰ ਰਿਹਾ ਹੈ, ਆਪਣੇ ਵਾਸਤੇ। ਸੋਚ ਸੋਚ ਫਿਰ ਸੋਚ ਸੋਚ ਕੇ ਪੁੰਨ ਕਰਦਾ ਹੈ। ਫਿਰ ਪੁੰਨ ਵੀ ਕਰਦਾ ਹੈ ਤੇ ਤਾਂ ਵੀ ਕਹਿੰਦਾ ਹੈ ਮੈਂ ਕੀਤਾ। ਦੇਖੋ, ਇੰਨੀ ਸੇਵਾ ਕੀਤੀ, ਇੰਨਾ ਪੁੰਨਦਾਨ ਕੀਤਾ, ਇੰਨਾ ਜੇ ਕੀਤਾ, ਇੰਨਾ ਉਹ ਕੀਤਾ, ਉਹਦੇ ਵਿੱਚ ਵੀ ਹੰਕਾਰ ਦੀ ਤ੍ਰਿਪਤੀ ਕਰ ਲੈਂਦਾ। ਤੇ ਸੋਚ ਸੋਚ ਕੇ ਪਾਪ ਕਰ ਰਿਹਾ, ਸੋਚ ਸੋਚ ਕੇ ਪੁੰਨ ਕਰਦਾ ਹੈ, ਤੇ ਪਾਪ ਪੁੰਨ ਦੇ ਵਿੱਚ ਉਲਝਿਆ ਰਹਿੰਦਾ ਹੈ। ਨਹੀਂ, ਇੱਥੇ ਕਿਹਾ ਜਾ ਰਿਹਾ ਹੈ ਸੋਚ ਤੋਂ ਮੁਕਤ ਹੋਣਾ ਹੈ। ਵਿਚਾਰ ਤੋਂ ਮੁਕਤ ਹੋਣਾ ਹੈ। ਵਿਚਾਰ ਤੋਂ ਤਾਂ ਹੀ ਮੁਕਤ ਹੋ ਸਕਦੇ ਹੋ, ਸੋਚ ਤੋਂ ਤਾਂ ਹੀ ਮੁਕਤ ਹੋ ਸਕਦੇ ਹੋ, ਸੰਸਾਰ ਦੀ ਚਾਹਤ ਤੋਂ ਮੁਕਤ ਹੋਵੋਗੇ। ਸੰਸਾਰ ਦੀ ਚਾਹਤ ਕਰਕੇ ਹੀ ਹੋ ਰਿਹਾ ਇਹ ਪਾਪ ਤੇ ਪੁੰਨ। ਅਗਰ ਚਾਹਤ ਹੀ ਨਾ ਹੋਵੇ, ਇੱਛਾ ਹੀ ਨਾ ਹੋਵੇ ਸੰਸਾਰ 'ਚ ਕੁਛ ਪਾਉਣ ਦੀ, ਕੁਛ ਹੋਣ ਦੀ, ਫਿਰ ਹੋਣਗੇ। ਫਿਰ ਆਦਮੀ ਸੋਚੂਗਾ ਹੀ ਨਹੀਂ ਸੰਸਾਰ ਬਾਰੇ। ਤੇ ਜਦੋਂ ਸੋਚੂਗਾ ਹੀ ਨਹੀਂ, ਫਿਰ ਪਾਪ ਪੁੰਨ ਕਿਵੇਂ ਹੋਣਗੇ? ਜਦੋਂ ਮੈਨੂੰ ਕੁਛ ਚਾਹੀਦਾ ਹੀ ਨਹੀਂ ਹੈ, ਤੁਸੀਂ ਸੋਚੋ ਮੈਨੂੰ ਕੁਛ ਨਹੀਂ ਚਾਹੀਦਾ, ਤੇ ਕੁਛ ਚਾਹੀਦਾ ਹੀ ਨਹੀਂ, ਤੇ ਪਾਪ ਪੁੰਨ ਕਿਵੇਂ ਹੋਣਗੇ? ਨਾ ਪੁੰਨ ਹੋਣਗੇ, ਕੋਈ ਚਾਹੀਦਾ ਹੀ ਨਹੀਂ, ਪੁੰਨ ਕੀ ਕਰਨ ਨੂੰ ਕਰਨੇ। ਤੇ ਆਦਮੀ ਪਾਪ ਪੁੰਨ ਤੋਂ ਮੁਕਤ ਹੋ ਜਾਂਦਾ ਹੈ। ਗਿਆਨੀ ਨੂੰ ਕੋਈ ਪਾਪ ਪੁੰਨ ਨਹੀਂ ਹੁੰਦਾ।
ਉਹ ਪਾਪ ਪੁੰਨ ਤੋਂ ਮੁਕਤ ਹੁੰਦਾ ਹੈ। ਜਿਹੜਾ ਵਿਚਾਰ ਦੇ ਤਲ 'ਤੇ ਜੀ ਰਿਹਾ ਹੈ ਨਾ, ਉਹ ਪਾਪ ਪੁੰਨ ਦੇ ਬੰਧਨ ਦੇ ਵਿੱਚ ਹੁੰਦਾ। ਅਤੇ ਬਾਹਰੀ ਜਿਹੜਾ ਧਰਮ ਹੈ ਨਾ, ਇਹ ਪਾਪ ਪੁੰਨ ਤੋਂ ਉੱਪਰ ਨਹੀਂ ਉੱਠਦਾ ਹੈ। ਜਿੰਨੇ ਵੀ ਧਾਰਮਿਕ ਲੋਕ ਹਨ, ਇਹੋ ਹੀ ਧਾਰਮਿਕ ਸਥਾਨਾਂ 'ਤੇ ਸਿਖਾਉਂਦੇ ਹਨ, ਗੁਰਦੁਆਰੇ ਨਾ ਆਇਓ ਤਾਂ ਬੜਾ ਪਾਪ ਹੋ ਜਾਊਗਾ, ਮੰਦਰ 'ਚ ਨਾ ਗਏ, ਪਾਠ ਪੂਜਾ ਨਾ ਕੀਤੀ ਤਾਂ ਬਹੁਤ ਪਾਪ ਹੋ ਜਾਊਗਾ, ਪਾਠ ਨਾ ਕੀਤਾ ਤਾਂ ਗੁਰੂ ਨਾਰਾਜ਼ ਹੋ ਜੂ, ਪਾਪ ਹੋ ਜੂ, ਜੇ ਨਾ ਕੀਤਾ ਪਾਪ ਹੋ ਜੂ, ਉਹ ਨਾ ਕੀਤਾ ਪਾਪ ਹੋ ਜੂ, ਆਹ ਕਰ ਲਓ ਪੁੰਨ ਹੋ ਜੂ, ਇੱਦਾਂ ਕਰ ਲਓ। ਬਸ ਇਹਨਾਂ ਕੰਮਾਂ ਦੇ ਵਿੱਚ ਹੀ ਉਲਝੇ ਹੋਏ ਹਨ ਲੋਕ। ਪਰ ਗੁਰੂ ਨਾਨਕ ਦੇਵ ਜੀ ਜੋ ਕਹਿ ਰਹੇ ਹਨ, ਉਹ ਥੋੜ੍ਹੀ ਸਮਝ ਵਿੱਚ ਆਉਂਦਾ ਹੈ ਕਿਸੇ ਨੂੰ। ਉਹ ਕਹਿ ਰਹੇ ਹਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਸਭ ਕੁਛ ਰਜਾ ਅੰਦਰ ਹੀ ਹੋ ਰਿਹਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਫਿਰ ਤੁਸੀਂ ਪਾਪ ਪੁੰਨ ਕਰ ਕਿਵੇਂ ਸਕਦੇ ਹੋ? ਇਹ ਵੀ ਤਾਂ ਸੋਚੋ। ਜੋ ਸਭ ਕੁਛ ਹੁਕਮ ਅਨੁਸਾਰ ਹੋ ਰਿਹਾ ਹੈ, ਫਿਰ ਤੁਸੀਂ ਪੁੰਨ ਕਰੋਗੇ, ਤੁਸੀਂ ਪਾਪ ਕਰੋਗੇ। ਇਹ ਗੱਲ ਸਮਝ ਵਿੱਚ ਥੋੜ੍ਹੀ ਆਉਂਦੀ। ਤੁਸੀਂ ਕਰਤਾ ਬਣ ਕੇ ਦੁੱਖ ਪਾਉਂਦੇ ਹੋ। ਪਹਿਲਾਂ ਕਰਤਾ ਬਣ ਕੇ ਪਾਪ ਕਰਦੇ ਹੋ, ਫਿਰ ਕਰਤਾ ਬਣ ਕੇ ਪੁੰਨ ਕਰਦੇ ਹੋ। ਮੈਂ ਕੀਤਾ, ਜਦੋਂ ਸਭ ਕੁਛ ਪਰਮਾਤਮਾ ਹੀ ਕਰ ਰਿਹਾ ਹੈ, ਆਪਾਂ ਕਰਤਾ ਹੈ ਹੀ ਨਹੀਂ। ਕਰਤਾ ਪੁਰਖ ਉਹ ਹੈ ਜੋ ਕੁਛ ਕਰਨਾ ਸੋ ਕਰ ਰਿਹਾ, ਪਰਮਾਤਮਾ ਕਰ ਰਿਹਾ, ਫਿਰ ਪਾਪ ਪੁੰਨ ਕਿੱਥੇ? ਪਰ ਇਹ ਗੱਲ ਸਮਝ ਵਿੱਚ ਥੋੜ੍ਹੀ ਆਉਂਦੀ। ਜਿਹੜੇ ਬਾਹਰ ਮੁਖ ਜੀ ਰਹੇ ਹਨ, ਉਹਨਾਂ ਨੂੰ ਸਮਝ ਵਿੱਚ ਆ ਹੀ ਨਹੀਂ ਸਕਦੀ। ਜੋ ਇੱਧਰ ਕਿਹਾ ਜਾ ਰਿਹਾ ਹੈ ਨਾ, ਉਹ ਹੀ ਕਿਹਾ ਜਾ ਰਿਹਾ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ। ਨਾ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਸਮਝੇ ਹਨ ਅਜੇ ਤੱਕ। ਉਹ ਵੀ ਬਾਹਰੀ ਧਰਮ ਨੂੰ ਹੀ ਧਰਮ ਸਮਝਦੇ ਹਨ। ਹੁਣ ਗੁਰੂ ਨਾਨਕ ਦੇਵ ਜੀ ਨੇ ਕਿਤੇ ਬਾਹਰ ਪਹਿਰਾਵੇ ਦੀ ਗੱਲ ਕੀਤੀ ਵੀ ਇੱਦਾਂ ਦਾ ਪਹਿਰਾਵਾ ਹੋਵੇ, ਇੱਦਾਂ ਦਾ। ਇੰਨੇ ਪਾਪਾਂ ਦੀ ਕਿਤੇ ਚਰਚਾ ਕੀਤੀ ਹੈ, ਕਿਹੜੇ ਕਿਹੜੇ ਵੱਡੇ ਪਾਪ, ਕਿਹੜੇ ਕਿਹੜੇ ਪੁੰਨ। ਨਹੀਂ, ਉਹਨਾਂ ਨੇ ਇਹ ਤਾਂ ਜ਼ਰੂਰ ਕਿਹਾ ਹੈ, ਹਰ ਬਿਸਰਤ ਤੇਰੇ ਗੁਣ ਗਲਿਆ। ਪਰਮਾਤਮਾ ਨੂੰ ਵਿਸਰ ਕੇ, ਭੁੱਲ ਕੇ, ਤੇ ਤੇਰੇ ਗੁਣ ਜਿਹੜੇ ਹਨ ਨਾ, ਉਹ ਗਲ ਜਾਂਦੇ ਹਨ। ਤੇ 'ਚ ਗੁਣ ਨਹੀਂ ਰਹਿਣਗੇ ਤੇ ਆਪਣੇ ਆਪ ਹੀ ਪਾਪ ਹੋਣ। ਵਿਸਰ ਕੇ ਹੋਣਗੇ ਨਾ, ਵਿਸਾਰ ਕੇ ਹੋਣਗੇ ਨਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਵੇਮੁਖ ਹੋ ਕੇ ਦੁੱਖ ਪਾਓਗੇ। ਵੇਮੁਖ ਹੋਣਾ ਹੀ ਪਾਪ ਹੈ। ਅਗਰ ਮੇਰੇ ਕੋਲ ਤੁਸੀਂ ਪਰਿਭਾਸ਼ਾ ਪੁੱਛੋ ਨਾ ਪਾਪ ਦੀ, ਤੇ ਮੈਂ ਇੰਨਾ ਹੀ ਕਹੂੰਗਾ, ਪਰਮਾਤਮਾ ਨੂੰ ਭੁੱਲਣਾ ਹੀ ਪਾਪ ਹੈ, ਤੇ ਪਰਮਾਤਮਾ ਨੂੰ ਯਾਦ ਕਰਨਾ ਹੀ ਪੁੰਨ ਹੈ। ਬਸ ਇਸ ਤੋਂ ਵੱਧ ਮੇਰੀ ਕੋਈ ਪਰਿਭਾਸ਼ਾ ਨਹੀਂ ਹੈ ਪਾਪ ਪੁੰਨ ਵਾਸਤੇ। ਤੇ ਪਰਮਾਤਮਾ ਨੂੰ ਯਾਦ ਕਰਨਾ ਹੈ ਤੇ ਸੰਸਾਰ ਦੀ ਚਾਹਤ ਛੱਡੋ। ਸੰਸਾਰ ਦੀ ਚਾਹਤ ਕਰਕੇ ਹੀ ਪਾਪ ਪੁੰਨ ਹੁੰਦੇ ਹਨ। ਤੇ ਪਾਪ ਪੁੰਨ ਤੋਂ ਤੁਸੀਂ ਕਦੇ ਵੀ ਫਾਰਗ ਨਹੀਂ ਹੋ ਸਕਦੇ, ਮੁਕਤ ਨਹੀਂ ਹੋ ਸਕਦੇ। ਕਿਉਂਕਿ ਪਾਪ ਕਰਦੇ ਹੋ, ਉਹਦੇ ਛੁਟਕਾਰੇ ਵਾਸਤੇ ਪੁੰਨ ਕਰਦੇ ਹੋ, ਪੁੰਨ ਕਰਨ ਵਾਸਤੇ ਫਿਰ ਪਾਪ ਹੁੰਦੇ ਹਨ, ਪਾਪ ਫਿਰ ਪੁੰਨ, ਇੱਦਾਂ ਚੱਲਦਾ ਹੈ ਕੰਮ। ਮੁਕਤ ਥੋੜ੍ਹੀ ਹੁੰਦਾ ਹੈ ਕੋਈ ਆਦਮੀ। ਤੇ ਪਾਪਾਂ ਪੁੰਨਾਂ ਦੇ ਵਿੱਚ ਤੁਸੀਂ ਉਲਝੇ ਰਹੋਗੇ। ਤੇ ਜੋ ਬਾਹਰੀ ਧਰਮ ਹੈ ਨਾ, ਇਹ ਵਾਸਤਵਿਕ ਧਰਮ ਨਹੀਂ ਹੈ। ਵਾਸਤਵਿਕ ਧਰਮ ਹੈ ਅੰਦਰ ਦੀ ਯਾਤਰਾ, ਪਰਮਾਤਮਾ ਦੀ ਖੋਜ, ਪਰਮਾਤਮਾ ਦਾ ਚਿੰਤਨ। ਪਰਮਾਤਮਾ ਵੱਲ ਨੂੰ ਜਿਹੜਾ ਜਾ ਰਿਹਾ ਹੈ, ਉਹ ਹੈ ਵਾਸਤਵਿਕ ਧਰਮ। ਤੇ ਉੱਧਰ ਦੀ ਹੀ ਗੱਲ ਕੀਤੀ ਜਾ ਰਹੀ, ਪਰ ਸਮਝ ਵਿੱਚ ਨਹੀਂ ਨਾ ਆਉਂਦੀ।
ਪਰਮਾਤਮਾ ਨੂੰ ਚੇਤੇ ਕਰਨ, ਪਰਮਾਤਮਾ ਨੂੰ ਚੇਤੇ ਕਰੋਗੇ, ਪਰਮਾਤਮਾ ਨੂੰ ਯਾਦ ਕਰੋਗੇ ਤੇ ਕਿੱਥੇ ਰਹਿ ਜਾਊਗਾ ਕੋਈ ਪੁੰਨ ਪਾਪ। ਤੇ ਜਿਹਦੀ ਸੰਸਾਰ ਦੀ ਚਾਹਤ ਹੈ ਜਾਂ ਸੁੱਖ ਭੋਗਣ ਦੀ ਚਾਹਤ ਹੈ, ਕੋਈ ਵਾਸ਼ਨਾ ਹੈ, ਕੋਈ ਇੱਛਾ ਹੈ, ਕੋਈ ਕਾਮਨਾ ਹੈ, ਉਹ ਫਿਰ ਸੰਸਾਰ ਦੇ ਵਿੱਚ ਉਤਰਦਾ ਹੈ, ਉਹ ਪੁੰਨ ਪਾਪ ਕਰਦਾ ਹੈ। ਧਾਰਮਿਕ ਲੋਕ ਵੀ ਕਰ ਰਹੇ ਹਨ। ਇਸੇ ਕਰਕੇ ਦੇਖੋ, ਧਾਰਮਿਕ ਲੋਕ ਕੋਈ ਵੀ ਸੁਤੰਤਰ ਨਹੀਂ ਹੈ, ਸਭ ਡਰੇ ਰਹਿੰਦੇ ਹਨ। ਡਰਦੇ ਕਿਉਂ ਹਨ? ਧਾਰਮਿਕ ਵਿਅਕਤੀ ਡਰਦਾ ਥੋੜ੍ਹੀ ਹੈ। ਫਿਰ ਗੁਰੂ ਕਿਉਂ ਡਰਨਾ ਹੈ? ਡਰਦਾ ਉਹ ਹੀ ਹੈ ਜਿਹਦੇ ਅੰਦਰ ਪਾਪ ਹੁੰਦਾ ਹੈ, ਵੀ ਮੈਂ ਅਵੱਗਿਆ ਦਾ ਉਲੰਘਣ ਕਰ ਦਿੱਤਾ ਤਾਂ ਮੈਨੂੰ ਪਾਪ ਲੱਗੂਗਾ। ਮੈਂ ਜੇ ਕਰ ਦਿੱਤਾ ਗੁਰੂ ਦੀ ਅਵੱਗਿਆ, ਜੇ ਕਰਤਾ ਉਹ ਕਰਤਾ, ਡਰਦਾ ਹੈ ਨਾ ਆਦਮੀ। ਡਰਦਾ ਕਿਉਂ? ਡਰਦਾ ਇਸੇ ਕਰਕੇ ਹੀ ਹੈ ਵੀ ਉਹ ਸੋਚਦਾ ਹੈ ਵੀ ਬਾਹਰੋਂ ਕੁਛ ਮਿਲ ਜੂਗਾ, ਤੇ ਡਰ ਡਰ ਕੇ ਧਰਮ ਕਮਾ ਰਿਹਾ। ਧਰਮ ਵੀ ਕਦੀ ਡਰ ਕੇ ਕਮਾਇਆ ਜਾਂਦਾ? ਧਰਮ ਤੇ ਪ੍ਰੇਮ ਦੁਆਰਾ ਕਮਾਇਆ ਜਾਂਦਾ। ਤੇ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਡਰ ਥੋੜ੍ਹੀ ਹੁੰਦਾ। ਜਿਹੜਾ ਪੂਰਾ ਗੁਰੂ ਦਾ ਸਿੱਖ ਹੈ, ਗੁਰੂ ਤੋਂ ਡਰਦਾ ਥੋੜ੍ਹੀ। ਡਰਦਾ ਉਹ ਹੀ ਹੈ ਜਿਹੜਾ ਦੂਰ ਹੈ, ਜਿਹੜਾ ਨੇੜੇ ਹੈ, ਗੋਦੀ ਦੇ ਵਿੱਚ ਬੈਠਾ ਹੈ, ਉਹ ਡਰਦਾ ਥੋੜ੍ਹੀ। ਤੇ ਬਾਹਰੀ ਧਰਮ ਜਿਹੜਾ ਹੈ ਨਾ, ਉਹ ਬਸ ਇਹੋ ਹੀ ਬਾਹਰੀ ਧਰਮ ਕਰਮਾਂ ਦੇ ਵਿੱਚ ਹੀ ਉਲਝਾਈ ਰੱਖਦਾ ਹੈ ਆਦਮੀ ਨੂੰ। ਤੇ ਇਹਦੇ ਵਿੱਚ ਹੀ ਧਾਰਮਿਕ ਲੋਕ ਉਲਝੇ ਹੋਏ ਹਨ। ਕਰਮ ਧਰਮ ਪਾਖੰਡ ਜੋ ਦੀਸੇ, ਤਿੰਨ ਜਮ ਜਾਗਾਤੀ ਲੂਟ। ਇਹ ਸਭ ਪਾਖੰਡ ਹਨ ਜਿੰਨੇ ਵੀ ਧਾਰਮਿਕ ਕਰਮ ਆਦਮੀ ਕਰਦਾ ਹੈ। ਤੇ ਇਹਨਾਂ ਦੀ ਗੱਲ ਨਹੀਂ ਹੋ ਰਹੀ ਹੈ ਇੱਥੇ। ਵਾਸਤਵਿਕ ਧਰਮ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਨਾ, ਤੇ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਹੀ ਦੱਸ ਰਹੇ ਹਨ। ਉੱਥੇ ਕਹਿ ਨਹੀਂ ਰਹੇ ਹਨ ਵੀ ਮੁਸਲਮਾਨ ਨੂੰ ਅਲੱਗਾ, ਹਿੰਦੂ ਨੂੰ ਅਲੱਗਾ, ਨਹੀਂ, ਸਾਰਿਆਂ ਵਾਸਤੇ ਇੱਕੋ ਹੀ ਉਪਦੇਸ਼ ਹੈ। ਜਿਹੜਾ ਵੀ ਆਵੇ, ਜਿਵੇਂ ਡਾਕਟਰ ਹਨ ਨਾ, ਨਬਜ਼ ਦੇਖ ਕੇ ਦੱਸ ਦਿੰਦੇ ਹਨ, ਇਲਾਜ, ਦਵਾਈ, ਔਸ਼ਧੀ ਦਿੰਦੇ ਹਨ। ਕੋਈ ਪੁੱਛਦੇ ਸਨ ਹਨ ਜਾਤੀ ਕੀ ਹੈ, ਧਰਮ ਕਿਹੜਾ ਹੈ ਤੇਰਾ? ਨਹੀਂ, ਜਿਹੜਾ ਕੋਈ ਵੀ ਹੋ, ਜਿਹੜੀ ਬਿਮਾਰੀ ਹੈ ਉਹਦੀ ਹੀ ਦਵਾਈ ਦੇ ਦਿੰਦੇ ਆ।